ਧੰਨ ਵਾਹਿਗੁਰੂ ਸਾਹਿਬ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਕਹੀ ਮੈਂ ਤੇਰੀ। ना तुम डोलो ना हम गिरते, रख लीनी हर मेरी। धन वाहिगुरु साहिब जी। मन माया में फद रहे हो, बिसरियो गोबिंद नाम। कहो नानक बिन हर भजन, जीवन कौने का। प्राणी राम ना चेतई, मद माया के अंध। कहो नानक हर भजन बिन, परत ताहें जम फंध। चबर छतर तखत दे मालक शब्द गुरु साहिब सतगुरु गुरु ग्रंथ साहब महाराज जी दे हजूर जुड़ बैठे सत्कारे वडभागे सतसंगी जनों, आप जी ने हफ्तावारी दीवाना दे विच हाज़रियां भरदियां सत्कारयोग हजूरी जथे पासों गुरबाणी शब्द कीर्तन श्रवण कीता है। सतगुरु गुरु तेग बहादुर महाराज जी दे उचारण कीता होए 57 सलोक जिन्हां दा पाठ असी गुरबाणी सहज पाठ करदियां, अखंड पाठ रखवाया सुनिया, अखीर दे विच अक्सर ही श्रवण करदे हां। गुरु दी असीस लैके सतगुरां दे अमोलक बचन सलोक रूप दे विच जो साडी झोली पए हन, 1 2 ਜਾਂ 3 जिन्ना भी समा विच आप जी दे नाल सांझ करन लई मिलदा है, उन्ने सलोकां दी विचार सांझे करन दा यतन करीदा है। 30 ਅਤੇ 31 नंबर सलोकां दा पाठ आप जी ने श्रवण कीता है। आओ गुरु दी असीस लैके सलोकां नूं विचारन दा यतन करिए। कलगीधर पातशाह वल्लों बख्शिश कीती फतेह परवानो। वाहिगुरु जी का खालसा वाहिगुरु जी की फतेह। सतगुरां ने 30 नंबर सलोक दे विच कुछ अजिही विचार साडे नाल दुबारा फिर सांझी कीती है, जो पिछले सलोकां दे विच गुरु महाराज ये विचार बख्शिश कर चुके ने। थोड़े जे शब्दां दे अंतर दे विच महाराज जी ने ये गल आखी है, मन माया में फद रहे हो, बिसरियो गोबिंद नाम। कहो नानक बिन हर भजन, जीवन कौने का। महाराज जी ने जीवन दी म्यार, जीवन दी कीमत, जीवन दी वैल्यू नूं पेश करदियां होइयां दर्शाउंदियां चेते दिवाउंदियां ये गल आखी है कि मन जिहड़ा है वो माया दे विच फसिया पिया। फद दा अर्थ हुंदा है फसना। बाणी दे विच गुरु महाराज जी ने बार बार मन नूं संबोधित करदे ही सारी विचार दित्ती है, क्योंकि साडे सारियां कोल आपो अपना मन हुंदा है ते मन दा भाव हुंदा है साडे अंदर जिहड़े ख्याल पैदा हुंदे ने, फुरने पैदा हुंदे ने, वो सुत्ते पिया भी चलते ने,
ਦਿਨੇ ਵੀ ਕਾਰ ਵਿਹਾਰ ਕਰਦਿਆਂ ਕੋਈ ਵੀ ਕੰਮ ਕਰ ਰਹੇ ਹੋਈਏ, ਸਾਡੇ ਅੰਦਰ ਫੁਰਨੇ ਰੁਕਦੇ ਨਹੀਂ ਹੈਗੇ। ਲਗਾਤਾਰ ਖਿਆਲਾਂ ਦਾ ਜਨਮ ਹੋਣਾ, ਉਹਦੇ 'ਚ ਦੋ ਕਿਸਮ ਦੇ ਖਿਆਲ ਜਨਮ ਲੈਂਦੇ ਨੇ, ਇੱਕ ਚੰਗੇ ਇੱਕ ਮਾੜੇ, ਪਰ ਖਿਆਲ ਰੁਕਦੇ ਕਦੀ ਨਹੀਂ ਹੈਗੇ। ਲਗਾਤਾਰ ਮਨੁੱਖੀ ਜੀਵਨ ਦੇ ਵਿੱਚ ਇਹ ਪ੍ਰਕਰਣ ਚੱਲਦਾ ਰਹਿੰਦਾ ਹੈ। ਫੁਰਨੇ, ਖਿਆਲ, ਥਾਟ, ਸੋਚਣੀ ਲਗਾਤਾਰ ਚੱਲਦੀ ਹੈ। ਉਸ ਸੰਗ੍ਰਹਿ ਨੂੰ ਮਨ ਕਹਿ ਲਿਆ ਜਾਂਦਾ ਹੈ। ਮਨ ਤੇ ਸਾਡਾ ਮਨ ਮਾਇਆ 'ਚ ਫਸਿਆ ਕਿਵੇਂ ਪਿਆ ਹੈ? ਪ੍ਰੈਕਟੀਕਲ ਗੱਲ ਸਮਝਣੀ ਹੈ ਆਪਾਂ। ਅੱਖਰੀ ਅਰਥ ਸਟੀਕਾਂ 'ਚ ਵੀ ਲਿਖੇ ਨੇ, ਐਪ ਵੀ ਤੁਹਾਡੇ ਮੋਬਾਈਲਾਂ 'ਚ ਪਈਆਂ ਹੋਈਆਂ ਨੇ, ਕਿ ਜਿਹੜਾ ਮਨੁੱਖੀ ਮਨ ਹੈ ਉਹ ਮਾਇਆ ਦੇ ਵਿੱਚ ਫਸਿਆ ਪਿਆ। ਪਰ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਮਦਦ ਲੈ ਕੇ ਇਹ ਗੱਲ ਵਿਚਾਰਨੀ ਬੇਹੱਦ ਜ਼ਰੂਰੀ ਹੈ ਕਿ ਫਸਦਾ ਕਿੱਦਾਂ ਹੈ ਮਨ। ਖਿਆਲ, ਸਾਡੇ ਅੰਦਰ ਦੇ ਫੁਰਨੇ, ਇਹ ਮਾਇਆ ਦੇ ਵਿੱਚ ਫਸੇ ਕਿਵੇਂ ਪਏ ਹੁੰਦੇ ਨੇ। ਕਿਉਂਕਿ ਅਸੀਂ ਜੋ ਕੁਝ ਵੀ ਕਰ ਰਹੇ ਹੋਈਏ, ਬਾਣੀ ਦੇ ਵਿੱਚ ਅੱਜ ਹੀ ਇੱਕ ਸ਼ਬਦ ਪੜ੍ਹਨ ਨੂੰ ਮਿਲਿਆ, ਗੁਰੂ ਰਾਮਦਾਸ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੈ। ਗੁਰੂ ਮਹਾਰਾਜ ਨੇ ਆਖ ਦਿੱਤਾ, ਕਈ ਵਾਰੀ ਜਨਮ ਦੇਣ ਵਾਲੀ, ਬੱਚੇ ਨੂੰ ਪੈਦਾ ਕਰਨ ਵਾਲੀ, ਆਪਣੇ ਗਰਭ ਦੇ ਵਿੱਚ 9 ਮਹੀਨੇ ਰੱਖਣ ਵਾਲੀ ਮਾਂ ਵੀ ਨਾ ਕਈ ਵਾਰੀ ਇਦਾਂ ਇਸ ਸੋਚਣੀ ਦੇ ਸ਼ਿਕਾਰ ਹੋ ਜਾਂਦੀ ਹੈ, ਇਸ ਵਿੱਚ ਫਸ ਜਾਂਦੀ ਹੈ। ਉਹ ਇਹ ਤਾਂ ਸੋਚਦੀ ਕਿ ਮੈਂ ਔਲਾਦ ਨੂੰ ਜਨਮ ਦੇਣਾ, ਪਰ ਜਦੋਂ ਉਹ ਇਹ ਸੋਚਦੀ ਹੈ ਕਿ ਮੇਰੇ ਕੁੱਖ ਤੋਂ ਪੁੱਤ ਹੀ ਜਨਮ ਲਵੇ, ਜਿਹਨੂੰ ਅਸੀਂ ਬੇਟਾ ਕਹਿ ਦਿੰਦੇ ਆ, ਸਨ ਕਹਿ ਦਿੰਦੇ ਆ, ਮੇਲ ਕਹਿ ਦਿੰਦੇ ਆ, ਉਹੀ ਜਨਮ ਲਵੇ, ਤੇ ਉਹਦੇ ਪਿੱਛੇ ਇੱਕ ਭਾਵ ਕੰਮ ਕਰ ਰਿਹਾ ਹੁੰਦਾ। ਗੁਰਾਂ ਦਾ ਸ਼ਬਦ ਹੈ ਬਾਣੀ ਦੇ ਵਿੱਚ, ਜਿਉਂ ਜਨਨੀ ਗਰਭ ਪਾਲਤੀ। 9 ਮਹੀਨੇ ਬੱਚੇ ਨੂੰ ਸੰਭਾਲ ਕੇ ਰੱਖਣਾ ਖੇਡ ਨਹੀਂ ਹੈਗੀ, ਬੜਾ ਔਖਾ ਕੰਮ ਹੈ। ਇਹ ਕਹਿ ਲਓ ਦੁਨੀਆ ਦਾ ਸਭ ਤੋਂ ਔਖਾ ਕੰਮ ਇਹੀ ਮੰਨਿਆ ਜਾ ਸਕਦਾ। ਫਿਰ ਉਸ ਬੱਚੇ ਨੂੰ ਜਨਮ ਦੇਣਾ ਐਜ਼ ਏ ਕਿ ਮੌਤ ਨੂੰ ਆਵਾਜ਼ਾਂ ਮਾਰਨ ਵਾਲੀ ਗੱਲ ਹੁੰਦੀ ਹੈ। ਆਪਣਾ ਆਪਾ ਮਾਰ ਕੇ ਤੇ ਇੱਕ ਜੀਵ ਨੂੰ ਜਨਮ ਦੇ ਦੇਣਾ, ਪਰ ਉਹ ਇੱਕ ਔਰਤ ਦੇ ਹਿੱਸੇ ਆਈ ਗੱਲ। ਪਰ ਮਹਾਰਾਜ ਕਹਿੰਦੇ ਨੇ, ਜਿਉਂ ਜਨਨੀ ਸੁਤ ਜਨ ਪਾਲਤੀ, ਜਿਉਂ ਜਨਨੀ ਗਰਭ ਪਾਲਤੀ, ਸੁਤ ਕੀ ਕਰ ਆਸਾ। ਜੇ ਉੱਥੇ ਇਹ ਗੱਲ ਆ ਗਈ ਨਾ, ਸੁਤ ਕੀ, ਸੁਤ ਦਾ ਅਰਥ ਪੁੱਤਰ, ਮੇਲ, ਜੇ ਇਹ ਗੱਲ ਆ ਗਈ ਤੇ ਮਨ ਮਾਇਆ ਮੇ ਫਦ ਰਹੇ ਹੋ। ਕਿੱਡੀ ਬਰੀਕ ਗੱਲ ਹੈ। ਵੇਖੋ, ਅਸੀਂ ਸਿਰਫ ਇਹ ਸੋਚਦੇ ਹਾਂ ਬੰਦਾ ਜਿਹੜਾ ਕਰੋੜਾਂ ਦੇ ਵਿੱਚ ਖੇਡਦਾ ਹੈ, ਕਰੰਸੀ ਹਮੇਸ਼ਾ ਗਿਣਦਾ ਰਹਿੰਦਾ, ਉਹ ਕਿਤੇ ਫਸਿਆ ਪਿਆ। ਜ਼ਰੂਰੀ ਨਹੀਂ, ਇਹ ਜ਼ਰੂਰੀ ਨਹੀਂ ਹੈਗਾ। ਅਰਬਾਂ ਖਰਬਾਂ ਪਤੀ ਵੀ ਉਹ ਫਸਿਆ ਨਹੀਂ ਹੋ ਸਕਦਾ, ਤੇ ਕੰਗਾਲ ਬੰਦਾ ਵੀ ਫਸਿਆ ਹੋ ਸਕਦਾ। ਕਿਉਂਕਿ ਪਿਛਲੇ ਲਗਾਤਾਰ ਲੜੀ ਦੇ ਵਿੱਚ ਇਹ ਵਿਚਾਰਨ ਦਾ ਯਤਨ ਕੀਤਾ ਕਿ ਮਾਇਆ ਹੈ ਕੀ ਚੀਜ਼ ਹੈ। ਮੈਂ ਉਹਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ। ਤੁਸੀਂ ਇਤਿਹਾਸ ਵਿੱਚ ਪੜ੍ਹ ਕੇ ਵੇਖ ਲਓ, ਬੜੇ ਬੜੇ ਵੱਡੇ ਧਨੰਤਰ, ਅੱਜ ਦੇ ਅਰਬਾਂ ਪਤੀ ਕਹਿ ਲਈਏ, ਗੁਰੂ ਦਰ ਦੇ ਸੇਵਾਦਾਰ ਸ਼ਰਧਾਲੂ ਰਹੇ ਨੇ। ਮੱਖਣ ਸ਼ਾਹ ਲੁਬਾਣੀ ਦੀ ਅਗਰ ਤੁਸੀਂ ਹਿਸਟਰੀ ਪੜ੍ਹ ਕੇ ਵੇਖ ਲਓ, ਉਹ ਕਿੰਨਾ ਅਮੀਰ ਬੰਦਾ ਸੀ। ਲੱਖੀ ਸ਼ਾਹ ਵਣਜਾਰੇ ਦੀ ਹਿਸਟਰੀ ਪੜ੍ਹ ਕੇ ਵੇਖ ਲਓ, ਉਹ ਭਾਰਤੀ ਖਿੱਤੇ ਵਿੱਚ ਅਮੀਰਾਂ ਦੇ ਵਿੱਚੋਂ ਤੁਹਾਨੂੰ ਇੱਕ ਅਮੀਰ ਬੰਦਾ ਨਜ਼ਰ ਆਏਗਾ। ਏਦਾਂ ਨਹੀਂ ਹੈਗਾ। ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ ਹੀ ਦਾ ਸਿੱਖ ਹੈ। ਆਪਣੇ ਘਰ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਧੜ ਨੂੰ ਰੱਖ ਕੇ ਘਰ ਨੂੰ ਅੱਗ ਲਾ ਦੇਣੀ, ਮਹਿਲ ਸਾੜ ਦੇਣਾ, ਇਹ ਉਹਦੇ ਹੀ ਹਿੱਸੇ ਸੇਵਾ ਆਈ ਸੀ। ਗੁਰੂ ਤੇਗ ਬਹਾਦਰ ਮਹਾਰਾਜ ਕਹਿ ਰਹੇ ਨੇ, ਮਨ ਮਾਇਆ ਮੇ ਫਦ ਰਹੇ ਹੋ। ਉਹ ਤਾਂ ਕਰੋੜਾਪਤੀ ਉਸ ਵੇਲੇ ਦਾ, ਕਿ ਉਹ ਅਰਬਾਂ ਕਰੋੜਾਪਤੀ, ਉਹ ਲੱਖੀ ਸ਼ਾਹ ਵਣਜਾਰਾ ਫਸਿਆ ਪਿਆ ਸੀ ਮਾਇਆ ਦੇ ਵਿੱਚ। ਕਈ ਸਵਾਲ ਸਾਡੇ ਸਾਹਮਣੇ ਖੜੇ ਹੋਣਗੇ ਕਿ ਕਈ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੇ ਕੋਲ ਵੱਡੇ ਵੱਡੇ ਕਾਰਖਾਨੇ ਨੇ, ਕੰਮਕਾਜ ਨੇ, ਪਰ ਉਹ ਫਸੇ ਨਹੀਂ ਤੁਹਾਨੂੰ ਨਜ਼ਰ ਆਉਣਗੇ। ਪਰ ਇੱਕ ਸਧਾਰਨ ਬੰਦਾ ਜਿਹਦੇ ਕੋਲ ਕੇਵਲ ਤਾਂ ਕੇਵਲ ਰੋਜ਼ੀ ਰੋਟੀ ਜੋਗੀ ਹੀ ਨੌਕਰੀ ਹੈ, ਉਹ ਤੁਹਾਨੂੰ ਫਸਿਆ ਨਜ਼ਰ ਆ ਸਕਦਾ। ਗੁਰੂ ਮਹਾਰਾਜ ਜੀ ਨੇ ਜਦੋਂ ਇਹ ਗੱਲ ਆਖੀ ਕਿ ਜੇ ਮਾਂ ਕੇਵਲ ਪੁੱਤ ਦੀ ਆਸ ਵਿੱਚ ਬੱਚਾ ਪਾਲ ਰਹੀ ਹੈ, ਜਿਉਂ ਜਨਨੀ ਗਰਭ ਪਾਲਤੀ, ਸੁਤ ਕੀ ਕਰ ਆਸਾ,
क्यों? कहते बड़ा होए धन खाट दे कर भोग बिलासा। ਵੱਡਾ ਹੋ ਕੇ ਖੱਟ ਕੇ ਲਿਆਏਗਾ ਤੇ ਬਸ ਐਸ਼ੋ ਆਰਾਮ ਦੀ ਜ਼ਿੰਦਗੀ ਜੀਵਾਂਗੇ। ਉਹ ਫਸੀ ਪਈ ਹੈ ਸੋਚ ਕਿਤੇ ਨਾ ਕਿਤੇ। ਇਹੀ ਕਾਰਨ ਹੈ ਕਿ ਫੀਮੇਲ ਦੇ ਕਤਲ ਹੋਏ ਨੇ ਸਰੇਆਮ, ਫੀਮੇਲ ਤੋਂ ਨਫ਼ਰਤ ਕੀਤੀ ਗਈ ਹੈ, ਪੈਦਾ ਹੋਣ ਕੇ ਸੋਗ ਮਨਾਏ ਗਏ ਨੇ। ਸੱਸ ਦਾ ਮੱਥਾ ਵੇਖਿਆ ਜਾ ਸਕਦਾ ਜਦੋਂ ਘਰ ਦੇ ਵਿੱਚ ਧੀ ਹੁੰਦੀ ਹੈ। ਸਾਰੀਆਂ ਦੀ ਗੱਲ ਨਹੀਂ, ਬਹੁਤਾਤ, ਕਿਉਂਕਿ ਆਸਾਂ ਲੈ ਕੇ ਕੁਝ ਹੋਰ ਬੈਠੇ ਹੁੰਨੇ ਆ। ਆਸਾਂ ਵਿੱਚ ਤੇ ਦੁੱਖ ਘਣਾ, ਜਿਹੜੀ ਆਸ ਪੂਰੀ ਨਹੀਂ ਹੋਈ ਮੁੜ ਕੇ ਦੁੱਖ ਆ ਗਿਆ। ਮਨਮੁਖ ਬੁੱਝ ਨਾ ਪਾਏ। ਮਨਮੁਖ ਬੰਦਾ ਗੱਲ ਬੁੱਝਦਾ ਨਹੀਂ, ਸਮਝਦਾ ਨਹੀਂ ਕਿ ਆਖਿਰ ਸਾਰੀ ਖੇਡ ਹੈ ਕੀ ਹੈ। ਇਹ ਸਾਡੇ ਤੁਹਾਡੇ ਹੱਥ ਹੈਗਾ ਕਿਤੇ। ਪਹਿਲਾਂ ਬੱਚੀ ਨੂੰ ਉਲਾਮੇ ਦੇਈ ਜਾਣੇ, ਇੰਨਾ ਚਿਰ ਹੋ ਗਿਆ, ਘਰ 'ਚ ਕਿਲਕਾਰੀਆਂ ਹੀ ਕੋਈ ਨਹੀਂ ਸਾਡੇ ਘਰ ਦੇ ਵਿੱਚ। ਪਹਿਲਾਂ ਤੇ ਉਲਾਮੇ ਸਹਿੰਦੀ ਹੈ ਧੀ, ਫਿਰ ਉਹਦੇ ਬਾਅਦ ਜੇ ਧੀ ਹੋ ਜਾਏ ਤੇ ਫਿਰ ਉਸ ਤੋਂ ਵਧੇਰੀ ਸਮੱਸਿਆ। ਇੱਕ ਔਰਤ ਲਈ ਜੰਮਣ ਤੇ ਹੀ ਸਮੱਸਿਆ ਬਣ ਜਾਂਦੀ ਹੈ। ਕਿੰਨੀਆਂ ਵੱਡੀਆਂ ਪ੍ਰੋਬਲਮ, ਚੈਲੰਜ ਉਹਦੇ ਸਾਹਮਣੇ ਆਉਂਦੀਆਂ ਨੇ। ਪਰ ਤੁਸੀਂ ਹਿਸਟਰੀ 'ਚ ਪੜ੍ਹ ਕੇ ਵੇਖੋ, ਜਿੰਨਾ ਘਰ ਔਲਾਦ ਹੀ ਨਹੀਂ ਹੋਈ, ਧੀ ਪੁੱਤ ਕੀ ਕੁਝ ਵੀ ਨਹੀਂ, ਅਗਰ ਕੋਈ ਮੇਲ ਫੀਮੇਲ ਬੱਚੇ ਨੇ ਜਨਮ ਹੀ ਨਹੀਂ ਲਿਆ, ਫਿਰ ਵੀ ਉਹ ਗੁਰੂ ਮਹਾਰਾਜ ਦੇ ਦਰ ਤੇ ਪ੍ਰਵਾਨੇ ਗਏ। ਇੱਥੋਂ ਤੱਕ ਸਭ ਤੋਂ ਪਹਿਲੀ ਗੁਰੂ ਨਾਨਕ ਸਾਹਿਬ ਦੀ ਸਿੱਖ ਅਗਰ ਕੋਈ ਬਣਿਆ ਹੈ ਨਾ, ਸਿੱਖ ਸੋਚ ਬਣੀ ਹੈ, ਤੇ ਬੇਬੇ ਨਾਨਕੀ, ਜਿਹਦੇ ਘਰ ਔਲਾਦ ਹੀ ਨਹੀਂ ਸੀ ਹੋਈ। ਔਲਾਦ ਹੈ ਹੀ ਨਹੀਂ ਸੀ ਉਹਨਾਂ ਦੇ ਘਰ, ਹੋਈ ਹੀ ਨਹੀਂ। ਉਹ ਸੁਲਤਾਨਪੁਰ ਰਹੇ ਨੇ। ਜੈ ਰਾਮ ਜੀ ਉਹਨਾਂ ਦੇ ਪਤੀ ਦਾ ਨਾਮ ਸੀ। ਗੁਰੂ ਨਾਨਕ ਸਾਹਿਬ ਉਹਨਾਂ ਦੇ ਘਰ ਕਿੰਨਾ ਚਿਰ ਰਹੇ ਨੇ, ਜਦੋਂ ਮੋਦੀ ਖਾਨੇ ਉਹਨਾਂ ਨੇ ਨੌਕਰੀ ਕੀਤੀ ਹੈ। ਇਹ ਸਮੱਸਿਆ ਹੈ ਨਹੀਂ ਸੀ ਜਿਹੜੀ ਸਮਾਜ ਕ੍ਰੀਏਟ ਕਰ ਦਿੱਤੀ ਗਈ ਅਸਲ ਦੇ ਵਿੱਚ। ਤੇ ਗੁਰੂ ਰਾਮਦਾਸ ਮਹਾਰਾਜ ਨੇ ਇਹਨੂੰ ਬਰੀਕੀ 'ਚ ਵੇਖਿਆ ਕਿ ਜੇ ਮਾਂ ਵੀ ਪੈਦਾ ਕਰਨ ਵਾਲੀ ਬੱਚੇ ਨੂੰ ਅਗਰ ਇਹ ਆਸਾਂ ਲੈ ਕੇ ਬੈਠੀ ਹੈ ਕਿ ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ, ਸਾਧਨਾ ਦੀ ਘਾਟ ਨਹੀਂ ਰਹੇਗੀ ਜੇ ਪੁੱਤ ਕਿਤੇ ਪੈਦਾ ਹੋ ਜਾਵੇ। ਤੇ ਸੋਚ ਵੇਖੋ ਕਿੱਥੇ ਫਸੀ ਪਈ ਹੈ। ਮਨ ਮਾਇਆ ਮੈਂ ਫੱਦ ਰਹੇ ਹੋ, ਫਸਿਆ ਹੋਇਆ। ਫਸੀ ਚੀਜ਼ ਉਹਨੂੰ ਕਿਹਾ ਜਾ ਸਕਦਾ ਹੈ ਕਿ ਜਿੱਥੇ ਤੁਹਾਨੂੰ ਕੋਈ ਲਾਲਚ ਪਹਿਲਾਂ ਪ੍ਰੋਵਾਈਡ ਕੀਤਾ ਜਾਂਦਾ, ਕੋਈ ਆਫਰ ਹੁੰਦੀ ਹੈ, ਉੱਥੇ ਹੀ ਫਸੇਗਾ ਨਾ। ਬਾਣੀ 'ਚ ਵੇਖੋ ਇੱਕ ਉਦਾਹਰਣ ਹੈ ਬੜੀ ਪਿਆਰੀ, ਸ਼ਬਦ ਹੈ ਕਬੀਰ ਸਾਹਿਬ ਜੀ ਦਾ, ਬੜਾ ਲੰਮਾ ਚੰਗੇਰਾ ਸ਼ਬਦ ਹੈ, ਪਰ ਮੈਂ ਉਹ ਖਾਸ ਉਦਾਹਰਣ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਕਾਲਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸੁਆਏ ਗਜ ਬਸ ਪਰੇ ਮਨ ਬੌਰਾ ਰੇ, ਅੰਕ ਸਹਿਓ ਸੀਸ। ਕਿ ਇੱਕ ਹਾਥੀ, ਬਲਵਾਨ ਹਾਥੀ ਵੀ ਫਸਦਾ ਕਿੱਦਾਂ। ਪਹਿਲੀ ਉਦਾਹਰਣ ਹੈ ਉਸ ਸ਼ਬਦ ਦੇ ਵਿੱਚ। ਨਕਲੀ ਜੀ ਹਥਨੀ ਬਣਾਤੀ ਜਾਂਦੀ ਇੱਕ ਲੱਕੜ ਦੀ, ਤੇ ਉਹ ਕਾਮ ਦੇ ਵਿੱਚ, ਕਾਮ ਸੁਆਏ, ਉਹਦੀ ਦਿਮਾਗ ਵਿੱਚ, ਸੋਚ ਦੇ ਵਿੱਚ ਇਹ ਗੱਲ ਪਹਿਲਾਂ ਪਾਈ ਜਾਂਦੀ ਹੈ, ਉਹਨੂੰ ਦਿਖਾਇਆ ਜਾਂਦਾ। ਇੱਕ ਹਥਨੀ ਲੱਕੜ ਦੀ ਬਣਾਈ ਜਾਂਦੀ, ਉਹ ਦੌੜਦਾ ਜਾਂਦਾ, ਨੂੰ ਆਸੇ ਪਾਸੇ ਕੁਝ ਨਹੀਂ ਦੇਖਦਾ, ਕੁਝ ਨਹੀਂ ਵਿਚਾਰਦਾ। ਤੇ ਉਸ ਹਥਨੀ ਤੋਂ ਪਹਿਲਾਂ, ਨਕਲੀ ਹਥਨੀ ਤੋਂ ਪਹਿਲਾਂ, ਕਾਲਬੂਤ ਦੀ ਜਿਹੜੀ ਬਣਾਈ, ਉਹ ਤੋਂ ਪਹਿਲਾਂ ਇੱਕ ਟੋਇਆ ਪੁੱਟਿਆ ਹੁੰਦਾ ਉਹਨਾਂ ਨੇ, ਉੱਤੇ ਪਰਾਲ ਪਾਈ ਹੁੰਦੀ ਹੈ। ਉਹ ਜਾਂਦਾ, ਕਦਮ ਪੁੱਟਦਾ, ਉੱਥੋਂ ਤੱਕ ਪਹੁੰਚ ਵੀ ਨਹੀਂ ਪਾਉਂਦਾ, ਉਹ ਪਹਿਲਾਂ ਹੀ ਡਿੱਗ ਪੈਂਦਾ। ਕਾਮ ਸੁਆਏ ਗਜ ਬਸ ਪਰੇ। ਫਿਰ ਕੀ ਹੁੰਦਾ? ਅੰਕ ਸਹਿਓ ਸੀਸ। ਇੱਕ ਸੁਕੜਾ ਜਿਹਾ ਬੰਦਾ ਉਸ ਹਾਥੀ ਨੂੰ ਕੰਟਰੋਲ ਕਰ ਲੈਂਦਾ। ਤੁਸੀਂ ਅਕਸਰ ਵੇਖਿਆ ਹੋਣਾ, ਜਿਹੜੇ ਹਾਥੀਆਂ ਨੂੰ ਚਲਾਉਣ ਵਾਲੇ ਡਰਾਈਵਰ ਹੁੰਦੇ ਨੇ ਨਾ, ਮਹਾਵਤ ਜਿਹਨੂੰ ਕਹਿੰਦੇ ਨੇ, ਉਹ ਕਮਜ਼ੋਰ ਜਿਹੇ ਹੋਣਗੇ, ਹੱਡੀਆਂ ਦਿਖ ਰਹੀਆਂ ਹੋਣਗੀਆਂ, ਐਡਾ ਵੱਡਾ ਹਾਥੀ ਫਸਾ ਲੈਂਦੇ ਨੇ ਅਗਲੇ। ਫਿਰ ਅੰਕ ਸਹਿਓ ਸੀਸ, ਉਹ ਬਲਵਾਨ ਹਾਥੀ ਦੇ ਮੱਥੇ ਤੇ ਚੋਬ ਮਾਰਦਾ। ਇੱਕ ਲੱਕੜ ਦੇ ਅੱਗੇ, ਇੱਕ ਸਟਿਕ ਦੇ ਅੱਗੇ ਕਿੱਲ ਲੱਗਾ ਹੁੰਦਾ, ਉਹ ਕਿੱਲ ਚੁੱਭਦਾ, ਉਹੀ ਸਟੀਅਰਿੰਗ ਹੁੰਦਾ ਸਮਝ ਲਓ। ਉਹਦੇ ਨਾਲ ਹੀ ਉਹ ਤੁਰਦਾ ਕਿਹੜੇ ਰਸਤੇ ਤੇ ਜਾਣਾ ਇਹਨੇ। ਅੰਕ ਸਹਿਓ ਸੀਸ। ਫਸ ਗਿਆ ਨਾ, ਉਹਨੂੰ ਸਮਝ ਨਾ ਲੱਗੀ। ਇਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਨੇ, ਵਿਖੇ ਬਾਚ ਹਰ ਰਾਜ ਸਮਝ ਮਨ ਬੌਰਾ ਰੇ। ਹੇ ਮੇਰੇ ਮਨ, ਸਮਝ ਕੋਈ ਕਹਾਣੀ। ਤੇ ਜਿਹੜੀ ਮੈਂ ਉਦਾਹਰਣ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੋ ਸ਼ਬਦ ਦੇ ਵਿੱਚ ਹੈ। ਉੱਥੇ ਕਹਿੰਦੇ, ਜਿਉਂ ਸੂਟਾ, ਸੂਟਾ ਕਹਿੰਦੇ ਨੇ ਤੋਤੇ ਨੂੰ, ਜਿਉਂ ਨਲਨੀ ਸੂਟਾ ਗਹਿਓ। ਤੋਤਾ ਫਸਦਾ ਕਿੱਦਾਂ? ਵੇਖੋ ਉਦਾਹਰਨਾਂ ਸਾਰੀਆਂ ਸ਼ਬਦ ਵਿੱਚ, ਤੁਸੀਂ ਘਰ ਜਾ ਕੇ ਸ਼ਬਦ ਦੇ ਅਰਥ ਪੜ੍ਹ ਲਿਓ, ਵੱਖਰੇ ਵੱਖਰੇ ਬੰਦ ਲਿਖੇ ਨੇ ਇਹਦੇ ਵਿੱਚ। ਇੱਕ ਬਾਂਦਰ ਦੀ ਉਦਾਹਰਣ ਵੀ ਦਿੱਤੀ ਹੈ, ਮਰਕਟ ਮੁਸ਼ਟੀ ਅਨਾਜ ਕੀ, ਮਨ ਬੌਰਾ ਰੇ ਲੀਨੀ ਹਾਥ ਪਸਾਰ। ਬਾਂਦਰ ਕਿੱਦਾਂ ਫਸਦਾ?
ਫਸਣ ਦੀਆਂ ਉਦਾਹਰਨਾਂ ਦਿੱਤੀਆਂ ਨੇ, ਸੌਖੀਆਂ ਐਗਜ਼ਾਮਪਲਾਂ ਦਿੱਤੀਆਂ ਨੇ, ਤਾਂ ਕਿ ਬੰਦੇ ਨੂੰ ਕਹਾਣੀ ਸਮਝ ਆਏ ਕਿ ਤੂੰ ਕਿਵੇਂ ਫਸਦਾ ਹੈ। ਤੇਰੇ ਸਾਹਮਣੇ ਵੀ ਕੋਈ ਆਫਰਾਂ ਆਉਂਦੀਆਂ ਨੇ, ਲਾਲਚ ਆਉਂਦਾ, ਪਹਿਲਾਂ ਸ਼ਿਕਾਰੀ ਸਾਰਾ ਪ੍ਰਬੰਧ ਕਰਦਾ, ਤਾਂ ਹੀ ਤੂੰ ਫਸਦਾ ਤੇ ਤੈਨੂੰ ਸਮਝ ਨਹੀਂ ਲੱਗ ਪਾਉਂਦੀ। ਮਨ ਮਾਇਆ ਮੇ ਫੱਦ ਰਹੇ ਹੋ। ਤੇ ਉੱਥੇ ਜਿਹੜੀ ਕਬੀਰ ਸਾਹਿਬ ਨੇ ਤੋਤੇ ਦੀ ਉਦਾਹਰਨ ਦਿੱਤੀ ਹੈ, ਉਹ ਇਉਂ ਹੁੰਦੀ ਹੈ ਕਿ ਦੋ ਆਸੇ ਪਾਸੇ ਸੋਟੀਆਂ ਦੇ ਸਹਾਰੇ ਨਾ ਵਿੱਚ ਲੱਕੜ ਦਾ ਛੋਟਾ ਜਿਹਾ ਢੋਲ ਬਣਾਇਆ ਜਾਂਦਾ, ਜਿਵੇਂ ਢੋਲਕੀ ਹੁੰਦੀ ਹੈ, ਤੇ ਉਹਦੇ ਵਿੱਚ ਕੁਝ ਅਨਾਜ ਸੁੱਟਤਾ ਜਾਂਦਾ। ਤੇ ਜਿਵੇਂ ਤੋਤਾ ਵੇਖਦਾ ਹੈ ਕਿ ਬਈ ਮੇਰੇ ਲਈ ਅਨਾਜ ਦਾ ਪ੍ਰਬੰਧ ਕੀਤਾ ਹੈ, ਭੁੱਖਾ ਤੇ ਆਇਆ, ਆਪਣੇ ਪਰਾਂ ਦਾ ਬਲ ਛੱਡ ਕੇ ਉਹ ਹੌਲੀ ਜੀ ਆ ਕੇ ਉਹਦੇ ਉੱਤੇ ਬਹਿ ਜਾਂਦਾ। ਢੋਲਕੀ ਦੋ ਲੱਕੜਾਂ ਦੇ ਸਹਾਰੇ ਲੱਗੀ ਵਿਚਕਾਰ, ਪਰ ਉਹ ਘੁੰਮਦੀ ਹੈ। ਜਿਵੇਂ ਉਹ ਪੈਰ ਰੱਖਦਾ ਉਹਦੇ ਉੱਤੇ ਖਾਣ ਲਈ, ਤਿਉਂ ਹੀ ਉਹ ਘੁੰਮ ਜਾਂਦੀ ਹੈ। ਜਿਵੇਂ ਘੁੰਮਦੀ ਹੈ, ਉਹਦੇ ਪੈਰ ਉਹਨੇ ਫੜੇ ਹੁੰਦੇ ਨੇ ਮਜ਼ਬੂਤੀ ਦੇ ਨਾਲ, ਤੇ ਸ਼ਿਕਾਰੀ ਨੇ ਹੇਠਲੇ ਪਾਸੇ ਇੱਕ ਭਾਂਡਾ ਰੱਖਿਆ ਹੁੰਦਾ ਜਿਹਦੇ 'ਚ ਪਾਣੀ ਭਰਿਆ ਹੁੰਦਾ। ਹੁਣ ਉਹ ਇਹ ਵੇਖਦਾ ਕਿ ਵੀ ਜੇ ਮੈਂ ਹੱਥ ਛੱਡੇ ਤੇ ਪਾਣੀ 'ਚ ਡਿੱਗਾਂਗਾ। ਉਹ ਛੱਡਦਾ ਨਹੀਂ, ਫਸ ਜਾਂਦਾ। ਪਰ ਫਸਿਆ ਕਿਉਂ? ਕਿਉਂਕਿ ਉਹਨੇ ਕੁਝ ਅਨਾਜ ਵੇਖਿਆ, ਉਹਨੂੰ ਫਸਾਇਆ ਗਿਆ ਅਸਲ ਦੇ ਵਿੱਚ। ਇਹ ਗੱਲ ਨੂੰ ਧਿਆਨ ਨਾਲ ਸੁਣਿਓ, ਗੁਰੂ ਤੇਗ ਬਹਾਦਰ ਸਾਹਿਬ ਜਿਸ ਐਂਗਲ ਤੋਂ ਗੱਲ ਕਹਿਣਾ ਚਾਹੁੰਦੇ ਨੇ, ਮਨ ਮਾਇਆ ਮੈਂ ਫੱਦ ਰਹੇ ਹੋ। ਇਹ ਮਨ ਸਾਡੇ ਅੰਦਰ ਦੇ ਜਿਹੜੇ ਫੁਰਨੇ ਨੇ ਨਾ, ਇਹ ਫਸਦੇ ਨੇ। ਫੁਰਨੇ ਚੱਲਦੇ ਹੀ ਉਦਾਂ ਦੇ ਨੇ ਅਸਲ ਦੇ ਵਿੱਚ, ਇਹ ਕਹਿ ਲਈਏ। ਕੋਈ ਵੀ ਐਫਰਟ ਕਰ ਰਿਹਾ ਹੋਵੇ ਨਾ ਬੰਦਾ, ਪਰਿਵਾਰ ਚਲਾ ਰਿਹਾ ਹੋਵੇ, ਇੱਥੋਂ ਤੱਕ ਖਿਮਾ ਕਰਿਓ ਧਾਰਮਿਕ ਕੰਮ ਵੀ ਕਰਦਾ ਹੋਵੇ, ਧਾਰਮਿਕ ਕਰਮ ਕਰਨ ਦੇ ਪਿੱਛੇ ਵੀ ਅਗਰ ਇਹ ਫੁਰਨੇ ਚੱਲ ਰਹੇ ਨੇ ਕਿ ਸੁੱਖ ਮਿਲੇ, ਸਹੂਲਤਾਂ ਮਿਲਣ, ਐਸ਼ ਆਰਾਮ ਮਿਲੇ, ਚੱਲ ਇਹ ਰਹੀ ਹੈ ਗੱਲ ਅੰਦਰ, ਪੜ੍ਹੋ ਕੁਝ ਹੋਰ ਚੀਜ਼ ਰਿਹਾ ਅਸਲ ਦੇ ਵਿੱਚ। ਜਿਹੜੀ ਚੀਜ਼ ਪੜ੍ਹ ਰਿਹਾ ਉਹ ਸਮਝਾਉਣਾ ਇਹ ਚਾਹੁੰਦੀ ਹੈ ਕਿ ਫਸ ਨਾ, ਨਿਕਲ, ਨਿਕਸ ਰੇ ਪੰਖੀ ਸਿਮਰ ਹਰ ਪਾਂਖ। ਚਾਹੁੰਦੀ ਤੇ ਉਹ ਬਾਣੀ ਇਹ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਪੜ੍ਹ ਕੇ ਦੇਖ ਲਓ, ਜਿਹਦੇ 'ਚ ਮਹਾਰਾਜ ਨੇ ਆਖਿਆ, ਪਾਠ ਪੜਿਓ ਅਰ ਵੇਦ ਵਿਚਾਰਿਓ ਨਿਮਲ ਭਯੰਗਮ ਸਾਧੇ। ਸਾਰੀ ਧਾਰਮਿਕ ਐਫਰਟ ਦੀ ਗੱਲ ਹੈ। ਪੰਜ ਜਨਾਸਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ। ਹੰਕਾਰ ਹੋਰ ਵੱਧ ਰਿਹਾ, ਬਲਕਿ ਜਿੰਨੇ ਜਿੰਨੇ ਧਾਰਮਿਕ ਐਫਰਟ ਵੱਧਦੇ ਜਾ ਰਹੇ ਨੇ, ਤਿਉਂ ਤਿਉਂ ਉਹਦੀ ਲਾਲਸਾ ਵੱਧਦੀ ਜਾ ਰਹੀ ਹੈ, ਉਹਦੇ ਅੰਦਰ ਅਰਦਾਸਾਂ ਦੀ ਲਿਸਟ ਲੰਮੀ ਹੁੰਦੀ ਜਾ ਰਹੀ ਹੈ, ਸੁੱਖ ਸਹੂਲਤਾਂ ਦੀ ਡਿਮਾਂਡ ਮੰਗ ਵੱਧਦੀ ਜਾ ਰਹੀ ਹੈ। ਇੱਕ ਬੇਨਤੀ ਕਰਾਂ, ਮਾਫ ਕਰਿਓ, ਅੱਜ ਜਿਹੜਾ ਸਾਡੇ ਸਮਾਜ ਦੇ ਵਿੱਚ ਚੱਲਿਆ ਨਾ ਸੁਖਣਾ ਸ਼ਬਦ, ਸੁਖਣਾ ਸੁਖੀ ਹੈ, ਇਹ ਇਸੇ ਵਿੱਚੋਂ ਨਿਕਲ ਕੇ ਆਈ ਹੈ। ਗੁਰਮਤਿ 'ਚ ਕੋਈ ਸੁਖਣਾ ਨਹੀਂ ਜੇ ਹੁੰਦੀ, ਇਹ ਗੱਲ ਸਪਸ਼ਟ ਕਰ ਲਵੋ, ਕੋਈ ਸੁਖਣਾ ਨਹੀਂ ਜੇ ਹੁੰਦੀ। ਸੁਖਣਾ ਦਾ ਅਰਥ ਹੁੰਦਾ ਸ਼ਰਤ ਰੱਖਣੀ। ਅਸੀਂ ਰੱਬ ਨਾਲ ਸ਼ਰਤਾਂ ਰੱਖਦੇ ਹਾਂ, ਗੁਰੂ ਨਾਲ ਸ਼ਰਤਾਂ ਰੱਖਦੇ ਹਾਂ ਕਿ ਆਹ ਮੇਰਾ ਕੰਮ ਫਸਿਆ ਪਿਆ, ਇਹ ਹੱਲ ਹੋ ਜਾਏ, ਇਹਦੇ ਲਈ ਮੈਂ 5 ਵਾਰੀ ਨੰਗੀ ਪੈਰੀ ਜਾਵਾਂਗਾ, 11 ਵਾਰੀ ਨੰਗੀ ਪੈਰੀ ਗੁਰਦੁਆਰੇ ਜਾਵਾਂਗਾ, ਸੁਖਣਾ ਸੁਖ ਲਈਏ, ਸ਼ਰਤ ਲਾ ਲਈਏ ਇੱਕ। ਜਾਂ ਮੇਰਾ ਇਹ ਕੰਮ ਹੱਲ ਪਹਿਲਾਂ ਹੋ ਜਾਏ, ਫਿਰ ਮੈਂ 5 ਮੱਸਿਆ ਜਾ ਕੇ ਨਹਾਵਾਂਗਾ ਗੁਰਦੁਆਰੇ। ਮੇਰਾ ਫਲਾਣਾ ਕੇਸ ਹੱਲ ਹੋ ਜਾਏ, ਕੇਸ ਅਜੇ ਤੱਕ ਅਦਾਲਤ ਦੇ ਵਿੱਚ ਹੈ, ਜੇ ਕੇਸ ਜਿੱਤ ਗਿਆ ਅਖੰਡ ਪਾਠ ਰਖਾਵਾਂਗਾ। ਇੱਕ ਸੁਖਣਾ ਸ਼ਰਤ ਹੈ ਇੱਕ। ਮੰਨ ਲਓ ਜੇ ਹਾਰ ਗਿਆ, ਮੰਨ ਲਓ ਹਾਰ ਗਿਆ, ਫਿਰ ਬਾਣੀ ਦਾ ਲੋੜ ਨਹੀਂ ਹੈਗੀ ਉਹਨੂੰ। ਇੱਥੋਂ ਤੱਕ ਜੇ ਕਈਆਂ ਦੀ ਸੁਖਣਾ ਟੁੱਟਦੀਆਂ ਨੇ ਨਾ, ਜਦੋਂ ਉਹ ਗੁਰਦੁਆਰਿਓਂ ਟੁੱਟ ਜਾਂਦੇ ਨੇ, ਉਹ ਕਹਿੰਦੇ ਨੇ ਕੁਝ ਨਹੀਂ ਮਿਲਦਾ ਜੀ ਇੱਥੋਂ, ਪਰਮੇਸ਼ਵਰ ਰੱਬ ਕੋ ਦੇ ਥੋੜਾ ਰਿਹਾ ਮੈਨੂੰ, ਮੇਰੀ ਇੱਕ ਲੋੜ ਪੂਰੀ ਨਹੀਂ ਕਰ ਸਕੇ ਉਹ, ਮੈਂ ਕਿੰਨਾ ਚਿਰ ਜਾਂਦਾ ਰਿਹਾ, ਕਿੰਨੇ ਪਾਠ ਕਰਾਉਂਦਾ ਰਿਹਾ, ਗੱਲ ਹੀ ਨਹੀਂ ਬਣੀ। ਮਸਲਾ ਹੈ ਕਿ ਉਹਨੇ ਆਪਣਾ ਦਾਇਰਾ ਆਪ ਸਿਰਜ ਲਿਆ, ਆਪਣੀਆਂ ਪਰਿਭਾਸ਼ਾ ਆਪ ਧਰਮ ਦੀਆਂ ਬਣਾ ਲਈਆਂ। ਗੁਰੂ ਪਰਮੇਸ਼ਵਰ ਸਾਡੇ ਲਈ ਕੋਈ ਵਿਹਲਾ ਥੋੜਾ ਬੈਠਾ, ਆਪਾਂ ਨੂੰ ਲਿਸਟਾਂ ਦੇ ਜਾਈਏ ਤੇ ਉਹ ਸਾਡੇ ਕੰਮ ਪੂਰੇ ਕਰਦਾ ਰਹੇ। ਅਸੀਂ ਤੇ ਇੰਨਾ ਹੀ ਸਮਝਦੇ ਆ ਨਾ ਧਰਮ ਨੂੰ ਤੇ ਰੱਬ ਨੂੰ, ਬਸ ਮੈਂ ਆਵਾਂ ਤੇ ਬਸ ਉਹ ਬੈਠਾ ਹੋਵੇ, ਮੇਰੀ ਸੁਣੇ ਤੇ ਕੰਮੇ ਲੱਗ ਜਾਏ, ਬਸ ਮੇਰੇ ਕੰਮ। ਸਾਨੂੰ ਤੇ ਇੰਨਾ ਹੀ ਹੈ ਬਸ। ਵਿਸ਼ਵਾਸ ਤਾਂ ਹੋਣਾ ਚਾਹੀਦਾ ਗੁਰੂ ਤੇ, ਅਕਾਲ ਪੁਰਖ ਵਾਹਿਗੁਰੂ ਤੇ ਵਿਸ਼ਵਾਸ ਤਾਂ ਪੂਰਾ ਚਾਹੀਦਾ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵ, ਹੈ ਤਾਂ ਸਭ ਕੁਝ ਉਹਦੇ ਘਰ ਦੇ ਵਿੱਚ। ਪਰ ਮਸਲਾ ਤੇ ਇਹ ਹੈ ਕਿ ਮੈਂ ਗੁਰੂ ਦੇ ਕੋਲ ਇਸ ਕਰਕੇ ਆਇਆ ਕਿ ਮਹਾਰਾਜ ਕਿਤੇ ਮੇਰੇ ਅੰਦਰ ਦੇ ਫੁਰਨੇ ਗਲਤ ਤਾਂ ਨਹੀਂ ਰਵਾਨਗੀ ਫੜ ਰਹੇ।
ਇਹ ਗਲਤ ਪਾਸੇ ਤੇ ਨਹੀਂ ਤੁਰ ਰਹੇ, ਜਿਹੜੇ ਮੇਰੇ ਅੰਦਰ ਖਿਆਲ ਜਨਮ ਲੈ ਰਹੇ ਨੇ ਉਹ ਗਲਤ ਤਾਂ ਨਹੀਂ ਆ ਰਹੇ ਕਿਤੇ। ਮੈਂ ਤੇ ਚੈੱਕ ਕਰਾਉਣ ਆਇਆ ਤੁਹਾਡੇ ਕੋਲੋਂ, ਇਹ ਪੁੱਛਣ ਆਇਆ ਤੁਹਾਡੇ ਕੋਲੋਂ। ਤੇ ਜੇ ਅਸੀਂ ਇਸ ਕਰਕੇ ਆ ਰਹੇ ਹਾਂ, ਵੇਖੋ ਇੱਕ ਸ਼ਬਦ ਹੁੰਦਾ ਗੁਰੂ ਮਹਾਰਾਜ ਜੀ ਨੇ ਆਖਿਆ, ਕਹਿੰਦੇ ਗੁਰੂ ਕੋਲ ਵੀ ਕਈ ਵਾਰੀ ਇਦਾਂ ਬੰਦਾ ਆ ਰਿਹਾ ਹੁੰਦਾ ਇਹ ਸੋਚ ਕੇ, ਆਪਣੇ ਸਵਾਓ ਕੋ ਕੀਨੋ ਮੀਤ, ਆਪਣੇ ਸਵਾਰਥ ਖਾਤਰ, ਆਪਣੀਆਂ ਗਰਜਾਂ ਖਾਤਰ, ਆਪਣੀਆਂ ਲੋੜਾਂ ਕਰ, ਆਪਣੀਆਂ ਜ਼ਰੂਰਤਾਂ ਕਰਕੇ ਸਿਰਫ ਉਹ ਜਿੰਨਾ ਪਾਠ ਕਰ ਰਿਹਾ ਉਹਦੇ 'ਚ ਉਹਦਾ ਧਿਆਨ ਉਸ ਵਿੱਚ ਨਹੀਂ ਖੁੱਬਣਾ, ਲੱਗਣਾ ਹੀ ਨਹੀਂ ਹੈਗਾ ਉਹਦੇ ਵਿੱਚ। ਮੁੜ ਮੁੜ ਕੇ ਉਹਨੇ ਇਹੀ ਸਵਾਲ ਲੋਕਾਂ ਨੂੰ ਕਰੀ ਜਾਣਾ, ਪਾਠ ਸੁਖਮਨੀ ਸਾਹਿਬ ਦਾ ਤਾਂ ਕਰਦੇ ਹਾਂ ਅਸੀਂ ਰੋਜ਼, ਪਰ ਮਨ ਨਹੀਂ ਸਾਡਾ ਲੱਗਦਾ, ਮਨ ਨਹੀਂ ਟਿਕਦਾ, ਕਿਉਂਕਿ ਉਹ ਜਿਸ ਕਾਰਨ ਕਰਕੇ ਕਰ ਰਿਹਾ ਨਾ, ਸਾਰਾ ਧਿਆਨ ਉਧਰ ਕੇਂਦਰਿਤ ਹੋਇਆ ਉਹਦਾ। ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਬਦ ਹੁੰਦਾ ਹੈ, ਮਹਾਰਾਜ ਕਹਿੰਦੇ ਨੇ ਕਿ ਜਦੋਂ ਵੀ ਮੈਂ ਪ੍ਰਭੂ ਦੇ ਗੁਣ ਗਾਉਣ ਦੀ ਕੋਸ਼ਿਸ਼ ਕਰਦਾ ਤੇ ਉੱਥੇ ਮੇਰਾ ਮਨ ਹੁੰਦਾ ਨਹੀਂ। ਮੈਂ ਗੁਣ ਗਾਉਂਦਾ, ਉਹਦੀ ਸਿਫਤ ਕਰਦਾ, ਬਾਣੀ ਪੜ੍ਹਦਾ, ਪਰ ਮਨ ਕਰ ਕਬਹੂ ਨਾ ਹਰ ਗੁਣ ਗਾਇਓ, ਮਨ ਨਹੀਂ ਹੁੰਦਾ ਮੇਰਾ ਉੱਥੇ, ਧਿਆਨ ਨਹੀਂ ਹੁੰਦਾ ਮੇਰਾ। ਇਹ ਵੀ ਨਹੀਂ ਪਤਾ ਹੁੰਦਾ ਕਿ ਗਾ ਵੀ ਕਿਉਂ ਰਿਹਾ ਵਾਂ ਮੈਂ, ਬਸ ਕਿਹਾ ਹੈ ਕਿਸੇ ਨੇ ਚੱਲ ਰਿਹਾ, ਟ੍ਰੈਂਡ ਚੱਲਦਾ, ਮੈਂ ਵੀ ਚੱਲ ਰਿਹਾ। ਮਨ ਕਰ ਕਬਹੂ ਨਾ ਹਰ ਗੁਣ ਗਾਇਓ, ਤੇ ਰਿਜ਼ਲਟ ਕੀ ਨਿਕਲਿਆ, ਬੀਖਿਆ ਸਕਤ ਰਹਿਓ ਨਿਸ ਬਾਸੁਰ। ਪਦਾਰਥ, ਮਟੀਰੀਅਲ, ਮਾਇਆ, ਮੇਰਾ ਸਾਰਾ ਤਾਂ ਧਿਆਨ ਉਧਰ ਲੱਗਾ ਹੋਇਆ। ਬੀਖਿਆ ਸਕਤ ਰਹਿਓ ਨਿਸ ਬਾਸੁਰ, ਕਹਿੰਦੇ ਕੀਨੋ ਆਪਣੋ ਪਾਇਓ। ਮੈਂ ਕਰ ਉਹ ਰਿਹਾ, ਚੱਲ ਉਧਰ ਰਿਹਾ ਜੋ ਮੈਨੂੰ ਚੰਗਾ ਲੱਗ ਰਿਹਾ, ਮੈਨੂੰ ਠੀਕ ਲੱਗ ਰਿਹਾ, ਬਸ ਇੰਨਾ ਬੜਾ ਹੈ, ਬਸ ਇੰਨਾ ਬੜਾ। ਹੋਰ ਉਹਦੇ ਪਿੱਛੇ ਕੋਈ ਉਹਨੇ ਗੋਜ ਗੱਲ ਨਹੀਂ ਲੱਭਣੀ, ਕੋਈ ਸੋਚ ਵਿਚਾਰ ਨਹੀਂ ਬਾਣੀ ਦੇ ਵਿੱਚੋਂ ਦੀ ਲੱਭ ਲੈਣੀ ਜਿਹਦੇ ਨਾਲ ਉਹਦੇ ਜੀਵਨ ਦਾ ਕੋਈ ਮਿਆਰ ਠੀਕ ਹੋ ਜਾਵੇ। ਸੋ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ, ਮਨ ਮਾਇਆ ਮੈਂ ਫੱਦ ਰਹੇ ਹੋ। ਜਿਹੜਾ ਮਨ ਹੈ, ਸਾਡੇ ਖਿਆਲ ਫੁਰਨੇ ਨੇ, ਉਹ ਮਾਇਆ ਦੇ ਵਿੱਚ ਇਉਂ ਫਸੇ ਪਏ ਨੇ ਜਿਵੇਂ ਉਹ ਤੋਤਾ ਫਸਿਆ, ਜਿਵੇਂ ਉਹ ਬਾਂਦਰ ਫਸਿਆ, ਜਿਵੇਂ ਉਹ ਹਾਥੀ ਬਲਵਾਨ ਫਸ ਗਿਆ ਹੈ। ਬਿਸਰਿਓ ਗੋਬਿੰਦ ਨਾਮ, ਤੇ ਨਤੀਜਾ ਇਹ ਨਿਕਲਿਆ ਕਿ ਗੋਬਿੰਦ ਪਰਮੇਸ਼ਵਰ ਵਾਹਿਗੁਰੂ ਜਿਹੜਾ ਸਭਨਾਂ ਨੂੰ ਪਾਲਣ ਵਾਲਾ ਹੈ, ਉਹ ਤੋਂ ਵਿਸ਼ਵਾਸ ਉੱਠਿਆ ਹੋਇਆ, ਉਹ ਭੁੱਲਿਆ ਹੋਇਆ, ਉਹ ਕਿਤੇ ਨਾ ਕਿਤੇ ਵਿਸਰਿਆ ਹੋਇਆ। ਬੰਦੇ ਨੂੰ ਇਹੀ ਫਿਕਰ ਲੱਗੀ ਹੋਈ ਹੈ ਇਸ ਪਾਸੇ, ਅਸਲ ਦੇ ਵਿੱਚ ਡਰ ਉਹਦੇ ਅੰਦਰ ਇਹ ਹੈ। ਉਹ ਜਿਵੇਂ ਤੋਤੇ ਨੂੰ ਡਰ ਹੈ ਨਾ, ਫੜਨ ਦੇ ਬਾਅਦ ਛੱਡਾਂਗਾ ਤੇ ਡਿੱਗ ਨਾ ਪਵਾਂ, ਡੁੱਬ ਨਾ ਜਾਵਾਂ ਕਿਤੇ ਪਾਣੀ ਦੇ ਵਿੱਚ। ਕਿਰਤ ਤੇ ਬੰਦੇ ਨੇ ਇਸ ਕਰਕੇ ਕਰਨੀ ਸੀ ਕਿ ਚਲੋ ਮੇਰਾ ਸਰਦਾ ਪੁੱਜਦਾ ਰਵੇ, ਪਰਿਵਾਰ ਚੱਲੇ, ਐਜ਼ ਏ ਮੈਂ ਰਿਸਪੌਂਸੀਬਲ ਹਾਂ, ਮੇਰੇ ਬੱਚੇ ਨੇ, ਪਰਿਵਾਰ ਹੈ, ਮੇਰੀਆਂ ਕੁਝ ਜ਼ਿੰਮੇਵਾਰੀਆਂ ਨੇ, ਕਿਰਤਾ ਕਰਨੀ ਹੀ ਕਰਨੀ ਹੈ। ਬਾਬੇ ਨਾਨਕ ਵੱਲੋਂ ਦਿੱਤੇ 3 ਸਿਧਾਂਤਾਂ ਵਿੱਚੋਂ ਪਹਿਲਾ ਹੀ ਇਹ ਕੰਸੈਪਟ ਹੈਗਾ, 3 ਗੋਲਡਨ ਰੂਲ ਦੇ ਵਿੱਚ ਕਿਰਤ ਕਰੋ ਪਹਿਲਾ ਹੈ, ਨਾਮ ਜਪੋ ਬਾਅਦ ਦੀ ਗੱਲ ਹੈ। ਉਹ ਤਾਂ ਕਰਨੀ ਹੋਈ ਕਰਨੀ ਹੈ, ਘਾਲ ਮਿਹਨਤ ਮਸ਼ੱਕਤ ਤਾਂ ਸਿੱਖ ਨੇ, ਆਮ ਮਨੁੱਖ ਨੇ ਕਰਨੀ ਹੋਈ ਕਰਨੀ ਹੈ। ਪਰ ਉਹ ਪਰਿਵਾਰ ਚਲਾਉਣ ਦੇ ਚੱਕਰ ਦੇ ਵਿੱਚ ਹੌਲੀ ਹੌਲੀ ਕਰਕੇ ਉਹਦੀ ਪਕੜ ਇੰਨੀ ਹੋ ਜਾਂਦੀ ਹੈ, ਉਹਨੂੰ ਇਹ ਲੱਗਦਾ ਕਿ ਜੇ ਹੁਣ ਕਿਤੇ ਦੇ ਵਿੱਚੋਂ ਦੀ ਕੁਝ ਛੁੱਟ ਗਿਆ ਡੁੱਬ ਜਾਵਾਂਗੇ। ਉਹ ਤੋਤੇ ਵਾਂਗਰ ਇੱਕ ਡਰ ਬਣ ਗਿਆ ਅੰਦਰ, ਸਹਿਮ ਬਣ ਗਿਆ ਉਹਦੇ ਅੰਦਰ, ਉਹ ਪਕੜ ਉਨੀ ਜ਼ਿਆਦਾ ਹੀ ਮਜ਼ਬੂਤ ਹੋਈ ਜਾਂਦੀ ਹੈ। ਉਹਨੂੰ ਡਰ ਮਾਰ ਰਿਹਾ, ਉਹਨੂੰ ਉਹ ਅੰਦਰ ਭੈ ਨਿਰਲੇਪ ਨਹੀਂ ਹੋਣ ਦੇ ਰਿਹਾ। ਬਾਣੀ ਚ ਮਹਾਰਾਜ ਨੇ ਵੇਖੋ ਐਗਜ਼ਾਮਪਲਾਂ ਕਿਹੜੀਆਂ ਸੌਖੀਆਂ ਦਿੱਤੀਆਂ ਨੇ। ਜਿਵੇਂ ਇੱਕ ਕਮਲ ਹੈ, ਚਿੱਕੜ ਦੇ ਵਿੱਚ ਖਿੜ ਰਿਹਾ, ਹੁਣ ਉਹ ਖੁਸ਼ਬੂਦਾਰ ਹੈ, ਉਹਦੀਆਂ ਪੰਖੜੀਆਂ ਨਿਰਲੇਪ ਨੇ, ਬੇਦਾਗ ਨੇ, ਚਿੱਕੜ ਤੋਂ ਬੇਦਾਗ ਨੇ, ਖੁਸ਼ਬੂ ਦੇ ਰਹੀਆਂ ਨੇ, ਪਰ ਉਹਨੂੰ ਇਹ ਡਰ ਨਹੀਂ ਹੁੰਦਾ ਕਿ ਕਿਤੇ ਮੈਂ ਇਸ ਚਿੱਕੜ ਵਿੱਚ ਹੀ ਨਾ ਡੁੱਬ ਜਾਵਾਂ। ਉਹ ਉਹਦੇ ਵਿੱਚ ਰਹਿ ਕੇ ਉਹਦੀਆਂ ਜੜ੍ਹਾਂ ਉਹਦੇ ਚ ਲੱਗੀਆਂ ਨੇ, ਪਰ ਹੈ ਖੁਸ਼ਬੂਦਾਰ। ਕਿੱਡੀ ਕਮਾਲ ਦੀ ਉਦਾਹਰਨ ਹੈ, ਵੇਖੋ ਚਿੱਕੜ ਚੋਂ ਪੈਦਾ ਹੋ ਰਿਹਾ ਪਰ ਖੁਸ਼ਬੂ ਲੈ ਕੇ ਪੈਦਾ ਹੋ ਰਿਹਾ। ਮਹਾਰਾਜ ਕਹਿੰਦੇ ਨੇ ਨੈਗੇਟਿਵ ਨਾ ਹੋ, ਨਿਰਾਸ਼ ਨਾ ਹੋ ਕਿ ਗੱਲ ਬਣਨੀ ਨਹੀਂ ਜੀ, ਇਹ ਤੇ ਸੰਸਾਰ ਦਾ ਖਲਾਰਾ ਹੀ ਬੜਾ, ਪਕੜ ਹੀ ਬੜੀ, ਇੱਥੇ ਵਿਕਾਰ, ਗੁਨਾਹ, ਹਰ ਪਾਸੇ ਈਰਖਾ, ਦਵੈਕਤਾ, ਇਹੀ ਚੱਲ ਰਿਹਾ ਸਾਰੇ ਪਾਸੇ, ਇਹ ਤੇ ਬੜਾ ਵੱਡਾ ਮਸਲਾ ਮੇਰੇ ਵਾਸਤੇ ਨਿਕਲਣਾ। ਮਹਾਰਾਜ ਕਹਿੰਦੇ ਪੋਜ਼ਿਟਿਵ ਅਪਰੋਚ ਵਿੱਚ ਜਾਣਾ ਪਏਗਾ, ਜਿਹਨੂੰ ਅਸੀਂ ਚੜ੍ਹਦੀ ਕਲਾ ਕਹਿੰਦੇ ਹਾਂ। ਡੁੱਬਣ ਦਾ ਖਤਰਾ ਨਾ ਰੱਖ, ਉਹਦੇ ਵਿੱਚ ਰਹਿ ਕੇ ਤੂੰ ਖੁਸ਼ਬੂਦਾਰ ਬਣ ਸਕਦਾ, ਨਿਰਲੇਪ ਹੋ ਸਕਦਾ, ਖੁਸ਼ਬੂ ਬਣ ਸਕਦਾ, ਬੇਦਾਗ ਰਹਿ ਸਕਦਾ। ਜੋਗੀਆਂ ਨਾਲ ਮਹਾਰਾਜ ਦਾ ਸੰਵਾਦ ਹੋਇਆ ਤੇ ਉਹਨਾਂ ਨੂੰ ਇਹੀ ਤੇ ਪ੍ਰੇਰਣਾ ਦਿੱਤੀ ਕਿ ਤੁਸੀਂ ਡਰੋ ਨਾ, ਤੁਸੀਂ ਘਬਰਾਓ ਨਾ, ਤੁਸੀਂ ਆਪਣੇ ਘਰ ਇਸ ਕਰਕੇ ਛੱਡੇ ਨੇ ਕਿ ਕਿਤੇ ਡੁੱਬ ਨਾ ਜਾਈਏ।
ਤੁਸੀਂ ਆਪਣੇ ਘਰ ਇਸ ਕਰਕੇ ਛੱਡ ਦਿੱਤੇ ਨੇ। ਅਗਲੇ ਨੇ ਗੁਰੂ ਨਾਨਕ ਸਾਹਿਬ ਨਾਲ ਸੰਵਾਦ ਰਚਿਆ, ਸਿੱਧ ਗੋਸ਼ਟ ਬਾਣੀ ਦੇ ਵਿੱਚ ਪੜੋ, ਮਹਾਰਾਜ ਨੇ ਉਹਨਾਂ ਨੂੰ ਸਿਰਫ ਇੰਨੀ ਕੁ ਗੱਲ ਦਾ ਰੀਜ਼ਨ ਪੁੱਛਿਆ ਸੀ, ਇੱਥੇ ਕਿਉਂ ਆ ਕੇ ਬੈਠੇ ਹੋ ਭਾਈ? ਭੁੱਖ ਤਾਂ ਇੱਥੇ ਵੀ ਲੱਗਦੀ ਹੈ ਨਾ, ਆ ਕੇ ਬੇਸਿਕ ਜ਼ਰੂਰਤਾਂ ਤਾਂ ਇੱਥੇ ਵੀ ਹੈਗੀਆਂ ਨੇ ਲੋੜੀਂਦੀਆਂ, ਇੱਥੇ ਕਿਉਂ ਬੈਠੇ ਹੋ? ਪਰਬਤਾਂ ਤੇ ਆ ਕੇ ਬਹਿਣਾ, ਜੰਗਲਾਂ ਦੇ ਵਿੱਚ ਘੁੰਮਣਾ, ਇਹ ਘਾਹ ਫੂ ਖਾ ਕੇ, ਇਹ ਰੀਜ਼ਨ ਦੱਸੋਗੇ ਕਿਉਂ? ਤੇ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਬੜੀ ਇਮਾਨਦਾਰੀ ਨਾਲ ਜਵਾਬ ਦਿੱਤਾ। ਕਹਿੰਦੇ ਹਾਟੀ ਬਾਟੀ ਰਹੇ ਨਿਰਾਲੇ, ਰੂਖ ਬਿਰਖ ਉਦਿਆਨੇ, ਕੰਦ ਮੂਲ ਆਹਾਰੋ ਖਾਈਐ, ਉਦੂ ਬੋਲੇ ਗਿਆਨੇ, ਤੀਰਥ ਨਹਾਈਐ ਸੁਖ ਫਲ ਪਾਈਐ, ਮੈਲ ਨਾ ਲਾਗੇ ਕਾਈ, ਗੋਰਖ ਪੂਤ ਲੋਹਾ ਰੀਪਾ ਬੋਲੇ, ਜੋਗ ਜੁਗਤ ਬਿਦ ਸਾਈ। ਗੋਰਖਨਾਥ ਦਾ ਚੇਲਾ ਜਿਹੜਾ ਨਾ ਲੋਹਾ ਰੀਪਾ, ਬੜਾ ਸਿਆਣਾ ਅਕਲਮੰਦ ਫਿਲਾਸਫਰ, ਇਹ ਕਹਿ ਲਈਏ ਉਹਨਾਂ ਦੇ ਵਿੱਚੋਂ ਦੀ ਚੰਗਾ ਘੜਿਆ ਹੋਇਆ ਬੰਦਾ ਜੋਗੀ, ਉਹ ਗੁਰੂ ਨਾਨਕ ਸਾਹਿਬ ਨਾਲ ਉਹ ਸੰਵਾਦ ਕਰ ਰਿਹਾ ਹੈ, ਉਹਦੇ ਨਾਲ ਕਨਵਰਸੇਸ਼ਨ ਹੋ ਰਹੀ ਹੈ ਬਾਬੇ ਨਾਨਕ ਦੀ। ਉਹ ਕਹਿੰਦੇ ਤੀਰਥਾਂ ਤੇ ਨਹਾਈਦਾ, ਸੁੱਖਾਂ ਦੀ ਪ੍ਰਾਪਤੀ ਦੀ ਆਸ ਰੱਖੀ ਦੀ ਹੈ, ਕੰਦ ਮੂਲ ਪੱਤੇ ਖਾ ਕੇ ਗੁਜ਼ਾਰਾ ਕਰ ਲੈਂਦਾ, ਨਾ ਕੋਈ ਸਮੱਸਿਆ, ਨਾ ਕੋਈ ਬੋਝ, ਨਾ ਕੋਈ ਨਿਆਣਾ ਆਵਾਜ਼ ਮਾਰੇ, ਨਾ ਘਰ ਦੀ ਆਖੇ ਜੀ ਹੁਣ ਆਹ ਚੀਜ਼ਾਂ ਮੁੱਕੀਆਂ ਨੇ ਤੇ ਆਹ ਲਿਆ ਕੇ ਦਿਓ। ਬਿਲਕੁਲ ਆਰਾਮ ਨਾਲ ਜੰਗਲਾਂ 'ਚ ਰਹਿ ਰਹੇ ਆ, ਫਿਕਰ ਫਾਕਾ ਹੀ ਕੋਈ ਨਹੀਂ ਹੈਗਾ, ਘਰ-ਬਾਰ ਛੱਡ ਆਏ ਆ, ਬੜੇ ਮਸਲੇ ਸਨ, ਹਾਟੀ ਬਾਟੀ ਰਹੇ ਨਿਰਾਲੇ, ਛੱਡ ਤਾਂ ਸਾਰੇ ਕੰਮ, ਝਮੇਲੇ ਨੇ, ਸਮੱਸਿਆਵਾਂ ਨੇ, ਫਿਕਰ ਚਿੰਤਾ ਹੀ ਨੇ, ਬਿਮਾਰੀਆਂ ਦਾ ਘਰ ਹੈ, ਇਹੀ ਕਹਿ ਸਕਦੇ ਨੇ। ਇਹ ਆਖਿਆ ਗੁਰੂ ਨਾਨਕ ਸਾਹਿਬ ਨੂੰ ਅਗਲੇ ਨੇ। ਤੇ ਗੁਰੂ ਨਾਨਕ ਸਾਹਿਬ ਨੇ ਪਤਾ ਕੀ ਆਖਿਆ? ਮਹਾਰਾਜ ਕਹਿੰਦੇ ਹਾਟੀ ਬਾਟੀ ਨੀਂਦ ਨਾ ਆਵੇ, ਪਰ ਕਰ ਚਿਤ ਨਾ ਡੁਲਾਈ। ਪ੍ਰੋਬਲਮ ਹੋਰ ਹੈ ਕਿਤੇ, ਅਸਲ ਦੇ ਵਿੱਚ ਪ੍ਰੋਬਲਮ ਇਹ ਨਹੀਂ ਤੁਹਾਡੇ ਘਰ ਕਿੰਨਾ ਆਉਂਦਾ ਹੈ, ਤੁਸੀਂ ਉਹਦੇ 'ਚ ਗੁਜ਼ਾਰਾ ਨਹੀਂ ਕਰ ਸਕਦੇ, ਉਹ ਤੇ ਸਭਨਾਂ ਨੂੰ ਪਰਮੇਸ਼ਵਰ ਨੇ ਦੇਣਾ ਹੈ, ਇੰਨੀ ਕੁ ਤੇ ਮਿਹਨਤ ਬੰਦਾ ਕਰ ਹੀ ਲੈਂਦਾ ਦੋ ਟੁਕ ਦੀ। ਪਰ ਪ੍ਰੋਬਲਮ ਇਹ ਖੜੀ ਹੋਈ ਹੈ ਕਿ ਗੁਆਂਢ ਦੇ ਘਰ ਕੀ ਆਇਆ, ਸਾਡੇ ਰਿਸ਼ਤੇਦਾਰਾਂ ਦੇ ਘਰ ਫਲਾਣੀ ਚੀਜ਼ ਆ ਗਈ, ਸਾਡੀ ਅਸੀਂ ਪੁਰਾਣੀ ਫ੍ਰਿਜ ਯੂਜ਼ ਕਰ ਰਹੇ ਹਾਂ, ਉਹ ਵੇਖੋ ਉਹਨਾਂ ਨੇ ਬਦਲ ਵੀ ਲਈ ਹੈ ਤੇ ਵੱਡੀ ਲੈ ਆਂਦੀ ਹੈ ਹੁਣ ਤਾਂ। ਫਿਰ ਉਹਨਾਂ ਘਰ ਟੀਵੀ ਵੇਖੋ ਜਾ ਕੇ ਕਿੱਡਾ ਵੱਡਾ, ਉਹਨਾਂ ਘਰ ਤੁਸੀਂ ਅਗਰ ਜਾ ਕੇ ਵੇਖੋਗੇ ਹੈਰਾਨ ਹੋ ਜਾਓਗੇ, ਬਸ ਮਹਿਲ ਹੀ ਬਣਿਆ ਹੋਇਆ ਜੀ। ਪ੍ਰੋਬਲਮ ਇੱਥੇ ਹੈ ਸਾਰੀ। ਮਹਾਰਾਜ ਕਹਿੰਦੇ ਨੇ ਜਦੋਂ ਹਾਟੀ ਬਾਟੀ ਨੀਂਦ ਨਾ ਆਵੇ, ਪਰ ਘਰ ਚਿੱਤ ਨਾ ਡੁਲਾਈ। ਹੋਰਾਂ ਘਰ ਵੇਖ ਕੇ ਨਾ ਡੋਲਦਾ ਫਿਰ, ਤੇਰੇ ਘਰ ਕੀ ਹੈ? ਤੂੰ ਮਹਿਲ ਵਿੱਚ ਰਹਿਣਾ, ਸ਼ੁਕਰ ਕਰ, ਤੂੰ ਕੱਖਾਂ ਦੀ ਕੁੱਲੀ 'ਚ ਰਹਿਣਾ, ਭਾਣਾ ਮਾਰ, ਰਜ਼ਾ ਵਿੱਚ ਖੁਸ਼ ਰਹਿ ਸਕਦਾ ਤੂੰ ਉੱਥੇ। ਪਰ ਪ੍ਰੋਬਲਮ ਸਾਰੀ ਦੀ ਸਾਰੀ ਇਹ ਹੈ ਕਿ ਦੂਜੇ ਪਾਸੇ ਵੇਖ ਕੇ ਬੰਦਾ ਆਪਣਾ ਘਰ ਵੇਖ ਕੇ ਆਪ ਹੀ ਦੁਖੀ ਹੋਈ ਜਾ ਰਿਹਾ ਕਿ ਸਾਡੇ ਕੋਲ ਤੇ ਹੈ ਹੀ ਨਹੀਂ, ਝੋਰਾ ਪਰੇਸ਼ਾਨੀਆਂ ਉਲਾਮੇ ਜਨਮ ਲੈਣਗੇ ਉੱਥੇ। ਹਾਟੀ ਬਾਟੀ ਨੀਂਦ ਨਾ ਆਵੇ, ਪਰ ਕਰ ਚਿਤ ਨਾ ਡੁਲਾਈ। ਮਹਾਰਾਜ ਕਹਿੰਦੇ ਨੇ ਬਿਨ ਨਾਮੈ ਮਨ ਟੇਕ ਨਾ ਟਿਕਈ, ਨਾਨਕ ਭੂਖ ਨਾ ਜਾਈ। ਇਹ ਤ੍ਰਿਸ਼ਨਾ, ਇਹ ਭੁੱਖ ਕਦੀ ਨਹੀਂ ਮਿਟਦੀ ਏਦਾਂ ਬਿਨ ਨਾਮੈ। ਪਰਮੇਸ਼ਵਰ ਵਾਹਿਗੁਰੂ ਦੀ ਯਾਦ, ਉਹਦੇ ਗੁਣ, ਉਹਦੇ ਸ਼ੁਕਰ ਦੇ ਵਿੱਚ ਨਾ ਜਾਇਆ, ਕਦੀ ਭੁੱਖ ਮਿਟ ਹੀ ਨਹੀਂ ਸਕਦੀ। ਬਿਨ ਨਾਮੈ ਮਨ ਟੇਕ ਨਾ ਟਿਕਈ, ਨਾਨਕ ਭੁੱਖ ਨਾ ਜਾਈ। ਹਾਟ ਪਟਣ ਘਰ ਗੁਰੂ ਦਿਖਾਇਆ, ਸਹਿਜੇ ਸਚ ਵਪਾਰੋ। ਮਹਾਰਾਜ ਕਹਿੰਦੇ ਖੰਡਿਤ ਨਿੰਦਰਾ ਅਲਪ ਆਹਾਰੰ, ਨਾਨਕ ਤਤ ਵਿਚਾਰੋ। ਸਧਾਰਨ ਜ਼ਿੰਦਗੀ ਜੀਓ, ਸਮੱਸਿਆ ਹੀ ਕੋਈ ਨਹੀਂ ਹੁੰਦੀਆਂ। ਜਦੋਂ ਤੁਸੀਂ ਚਮਕ ਦਮਕ ਦੇ ਵਿੱਚ ਜਾਓਗੇ ਨਾ, ਪ੍ਰੋਬਲਮ ਉਦੋਂ ਆਉਣਗੀਆਂ ਸਾਰੀਆਂ, ਉਹ ਮੁੱਕਦੀ ਨਹੀਂ, ਉਹ ਖਤਮ ਹੋਣੀ ਨਹੀਂ। ਸਮੱਸਿਆ ਇਹ ਨਹੀਂ ਕਿ ਸਾਨੂੰ ਕੁਝ ਮਿਲਦਾ ਨਹੀਂ, ਸਮੱਸਿਆ ਇਹ ਹੈ ਕਿ ਜੋ ਬਾਕੀਆਂ ਨੂੰ ਮਿਲ ਰਿਹਾ ਉਹ ਸਾਡੇ ਕੋਲ ਨਹੀਂ ਹੈਗਾ ਇਸ ਵੇਲੇ। ਬਾਣੀ ਚ ਮਹਾਰਾਜ ਨੇ ਆਖਿਆ ਨਾ, ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਕੋਟ ਜੋਰੇ ਲੱਖ ਕਰੋਰੇ, ਮਨ ਨਾ ਹੋ ਰੇ, ਪਰੇ ਪਰੇ ਹੀ ਕੋ ਲੋਝੀ। ਪਰਾ ਹੀ ਹੈ ਗੱਲ ਤਾਂ। ਮਨ ਮਾਇਆ ਮੇ ਫਦ ਰਹੇ ਹੋ, ਬਿਸਰਿਓ ਗੋਬਿੰਦ ਨਾਮ, ਕਹੋ ਨਾਨਕ ਬਿਨ ਹਰ ਭਜਨ। ਮਹਾਰਾਜ ਕਹਿੰਦੇ ਨੇ ਬਿਨਾਂ ਪਰਮੇਸ਼ਵਰ ਵਾਹਿਗੁਰੂ ਦੇ ਭਜਨ ਤੋਂ, ਬੰਦਗੀ ਤੋਂ, ਸ਼ੁਕਰਾਨੇ ਤੋਂ, ਉਹਦੀ ਯਾਦ ਤੋਂ, ਉਹਦੇ ਗੁਣਾਂ ਦਾ ਮੰਥਨ ਕੀਤਿਆਂ, ਉਹਦੇ ਹੁਕਮ ਦੇ ਵਿੱਚ ਰਾਜੀ ਰਿਹਾ, ਮਹਾਰਾਜ ਕਹਿੰਦੇ ਨੇ ਬਿਨ ਹਰ ਭਜਨ ਜੀਵਨ ਕੌਨੇ ਕਾਮ। ਬਈ ਇਹ ਜੀਵਨ ਫਿਰ ਦੱਸੋਗੇ ਕਿਹੜੇ ਕੰਮ ਹੈਗਾ, ਇਹਦਾ ਵਰਕ ਕੀ ਹੈ? ਕਬੀਰ ਸਾਹਿਬ ਦਾ ਇੱਕ ਸ਼ਬਦ ਹੁੰਦਾ ਉੱਥੇ, ਉਹ ਕਹਿੰਦੇ ਨੇ ਕਵਨ ਕਾਜ ਸਿਰਜੇ ਜਗ ਭੀਤਰ। ਕਦੀ ਇਕੱਲੇ ਬਹਿ ਕੇ ਨਾ ਇਹ ਸ਼ਬਦ ਨੂੰ ਪੜਿਓ ਘਰ ਜਾ ਕੇ। ਕਬੀਰ ਸਾਹਿਬ ਨੇ ਕੁਐਸਚਨ ਮਾਰਕ ਲਾਇਆ, ਕਹਿੰਦੇ ਕਦੀ ਸੋਚ ਕੇ ਵੇਖ, ਜਿਵੇਂ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਚ ਆਖਿਆ ਨਾ, ਇਹ ਸ਼ਰੀਰਾ ਮੇਰਿਆ ਇਸ ਜਗ ਮੇ ਆਏ ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸ਼ਰੀਰਾ, ਜਾਂ ਤੂੰ ਜਗ ਮੇ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ।
ਤੂੰ ਉਸ ਫਿਲਾਸਫੀ 'ਚ ਜਾ ਹੀ ਨਹੀਂ ਸਕਦਾ ਉਦੋਂ ਤੱਕ। ਨਾ ਇਹ ਤੈਨੂੰ ਕਾਦਰ, ਕੁਦਰਤ, ਉਹਦੇ ਨਿਯਮ, ਅਸੂਲ, ਗੁਣ, ਜ਼ਿੰਦਗੀ ਚੰਗੀ ਮਾੜੀ, ਗੁਣ ਅਵਗੁਣ, ਸੱਚ ਝੂਠ, ਤੈਨੂੰ ਸਮਝ ਹੀ ਕੁਝ ਨਹੀਂ ਆਉਣੀ ਕਹਾਣੀ। ਕਵਨ ਕਾਜ ਸਿਰਜੇ ਜਗ ਭੀਤਰ, ਇਹਦਾ ਵਰਕ ਕੀ ਹੈ ਅਸਲ ਦੇ ਵਿੱਚ, ਆਉਣ ਦਾ ਰੀਜ਼ਨ ਕੀ ਹੈ ਇੱਥੇ। ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ। ਬਈ ਜਨਮ ਲੈ ਕੇ ਰਿਜ਼ਲਟ ਕੀ ਲਿਆ ਇਹ ਵੇਖ ਤੂੰ, ਇਹ ਨਾ ਵੇਖ ਕਿ ਇੰਨਾ ਜੋੜ ਲਿਆ, ਇੰਨਾ ਬੈਂਕ ਬੈਲੈਂਸ, ਇੰਨੇ 0 ਵੇਖ ਕੇ ਖੁਸ਼ ਹੋਈ ਜਾਵੇਂ। ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ। ਭਵਨਿਤ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹ ਮਨ ਲਾਇਆ। ਗੋਬਿੰਦ ਹਮ ਐਸੇ ਅਪਰਾਧੀ। ਕਬੀਰ ਸਾਹਿਬ ਕਹਿੰਦੇ ਨੇ, ਹੇ ਪਰਮੇਸ਼ਵਰ ਜੀ, ਅਸੀਂ ਇਦਾਂ ਦੇ ਅਪਰਾਧੀ ਹਾਂ, ਅਪਰਾਧ ਕੀਤਾ ਹੈ ਅਸੀਂ। ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਪਰ ਧਨ ਪਰ ਤਨ ਪਰ ਤੀ ਨਿੰਦਾ, ਪਰ ਅਪਵਾਦ ਨਾ ਛੂਟੈ। ਆਵਾ ਗਵਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੂਟੈ। ਇੱਕੋ ਹੀ ਲਾਈਫ ਹੈ, ਇਹਦੇ ਵਿੱਚ ਹੀ ਮੈਂ ਕਿੰਨੀਆਂ ਜੂਨਾਂ ਭੁਗਤ ਰਿਹਾ ਹਾਂ ਲਗਾਤਾਰ। ਆਵਾ ਗਵਨ ਹੋਤ ਹੈ ਫੁਨ ਫੁਨ, ਕਦੀ ਕੋਈ ਸੋਚ ਕਦੀ ਕੋਈ ਸੋਚ ਚੱਲਦੀ ਹੈ। ਇੱਕੋ ਹੀ ਮਨੁੱਖਾ ਜਨਮ ਹੈ, ਉਹਦੇ ਵਿੱਚ ਹੀ ਤੁਸੀਂ ਵੇਖੋ ਕਿੰਨੇ ਹੀ ਫੁਰਨਿਆਂ ਦੇ ਖਿਆਲ ਲਗਾਤਾਰ ਲੜੀ ਵਿੱਚ ਚੱਲਦੇ ਨੇ। ਤਾਂ ਹੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਮਾਮ ਪਸ਼ੂਆਂ ਦੀਆਂ ਐਗਜ਼ਾਮਪਲਾਂ ਮਹਾਰਾਜ ਜੀ ਨੇ ਦਿੱਤੀਆਂ ਨੇ। ਕਦੀ ਬੰਦਾ ਕੁੱਤੇ ਦੀ ਜੂਨ ਦੇ ਵਿੱਚ ਭੋਗ ਰਿਹਾ, ਲੱਭ ਕੁੱਤਾ, ਕੂੜ ਚੂੜਾ, ਠੱਕ ਖਾਦਾ ਮੁਰਦਾਰ। ਮਹਾਰਾਜ ਜੀ ਨੇ ਸਵਾਨ ਦੀਆਂ ਉਦਾਹਰਨਾਂ ਬਾਣੀ ਜਿਹੜੀ ਦਿੱਤੀਆਂ ਨੇ ਨਾ, ਉਹਦਾ ਰੀਜ਼ਨ ਹੈ ਬੰਦੇ ਦੇ ਅੰਦਰ ਚੱਲਦਾ ਸਾਰਾ ਕੁਝ। ਇੱਥੇ ਸੁੱਕੇ ਹੇਤ ਸਾਰੇ ਸੁੱਖਾਂ ਦੇ ਖਾਤਰ, ਜ਼ਰੂਰਤਾਂ ਲੋੜਾਂ ਦੇ ਖਾਤਰ, ਗਰਜਾਂ ਕਰਕੇ ਦੁਆਰੇ ਦੁਆਰ ਸਵਾਨ ਜਿਉ ਡੋਲਤ। ਕੁੱਕਰ ਦੀ ਗੱਲ ਹੈ, ਨੈ ਸ਼ੁੱਧ ਰਾਮ ਭਜਨ ਕੀ। ਗੁਰੂ ਕਿਰਪਾ ਕਰੇ ਕਿਤੇ ਜਿਸ ਵਿੱਚ ਜੀਵਨ ਮਿਲਿਆ ਨਾ, ਉਸੇ ਵਿੱਚ ਹੀ ਸੰਤੁਸ਼ਟ ਰਵੇ ਬੰਦਾ। ਜਿਵੇਂ ਬਾਕੀ ਪਸ਼ੂ ਪਰਿੰਦੇ ਆਪਣੀ ਆਪਣੀ ਜੂਨਾਂ ਵਿੱਚ ਹੀ ਸੰਤੁਸ਼ਟ ਰਹਿੰਦੇ ਨੇ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਪਰ ਤਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ। ਆਵਾ ਗਵਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੂਟੈ। ਜੈ ਹਰ ਕਥਾ ਹੋਤ ਸੰਤਨ ਕੀ, ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਜਿੱਥੇ ਰੱਬ ਦੀ ਗੱਲ ਹੋਵੇ ਨਾ, ਮੇਰਾ ਮਨ ਕਰਦਾ ਹੀ ਨਹੀਂ ਉਧਰ ਜਾਣ ਨੂੰ। ਜੈ ਹਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਜਾਂਦਾ ਕਿੱਧਰ ਹੈ? ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਜਿਹੜੇ ਮੈਨੂੰ ਇਹ ਕਹਿਣ ਨਾ, ਅੱਜ ਮੌਸਮ ਵਧੀਆ, ਫੋਨ ਕਰਕੇ ਕਹਿਣ ਆ ਜਾ ਗਲਾਸੀ ਲਾ ਲਈਏ, ਭੱਜ ਕੇ ਜਾਵਾਂਗਾ ਉੱਧਰ। ਪਰ ਜੇ ਕੋਈ ਇਹ ਕਹੇ ਕਿ ਭਗਤ ਰਵਿਦਾਸ ਜੀ ਦਾ ਦਿਹਾੜਾ ਆ ਰਿਹਾ, ਕੋਈ ਇਹ ਕਵੇ ਕਿ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਆਉਣਾ, ਕੋਈ ਇਹ ਕਹੇ ਜੀ ਗੁਰੂ ਨਾਨਕ ਸਾਹਿਬ ਜੀ ਦਾ ਪੁਰਬ ਆ ਰਿਹਾ, ਸੋਚਾਂਗੇ, ਟਾਈਮ ਕੱਢਾਂਗੇ, ਵੇਖਾਂਗੇ ਆਪਾਂ। ਇਹ ਖੁਦ ਨੂੰ ਵੇਖਣਾ ਚੈੱਕ ਕਰਕੇ ਬੰਦੇ ਨੇ, ਕਿੱਧਰ ਧਿਆਨ ਜ਼ਿਆਦਾ, ਕਿੱਧਰ ਖਿੱਚ ਜ਼ਿਆਦਾ ਬੰਦੇ ਦੀ, ਉਹ ਦੇਖਣ ਦੀ ਲੋੜ ਹੈ। ਉੱਥੇ ਬੰਦਾ ਆਪਣੇ ਆਪ ਨੂੰ ਚੈੱਕ ਕਰ ਸਕਦਾ, ਲਗਨ ਕਿਹੜੇ ਪਾਸੇ ਦੀ ਮੇਰੇ ਅੰਦਰ ਦੀ ਬਣੀ ਹੋਈ ਹੈ। ਸੁਣਦਿਆਂ ਸਾਰ ਬੰਦਾ ਉੱਧਰ ਦੌੜਦਾ ਜਾਵੇ। ਗੁਰੂ ਕਿਰਪਾ ਕਰੇ ਕਿ ਕਿਤੇ ਸਾਨੂੰ ਇਹ ਸੋਝੀ ਤੇ ਸਮਝ ਆਵੇ ਕਿ ਘਾਲ ਖਾਏ ਕਿ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਸੰਤੁਸ਼ਟੀ ਇਸੇ ਵਿੱਚ ਹੀ ਹੈ ਕਿ ਜਿੰਨਾ ਕੁਝ ਗੁਰੂ ਬਾਬੇ ਨੇ ਦਿੱਤਾ ਹੈ, ਅਕਾਲ ਪੁਰਖ ਵਾਹਿਗੁਰੂ ਨੇ ਦਿੱਤਾ ਹੈ, ਉਹਦੇ ਵਿੱਚ ਹੀ ਸ਼ੁਕਰ ਗੁਜ਼ਾਰਿਆ ਜਾਵੇ। ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਭੀ ਤੁਝੇ ਤੇ ਆਏ। ਜੇ ਸੁਖ ਦੇ ਤਾਂ ਇਤ ਹੀ ਰਾਜਾ, ਜੇ ਦੁੱਖ ਦੇ ਤਾਂ ਇਤ ਹੀ ਰਾਜਾ। ਦੁੱਖ ਵਿੱਚ ਸੁਖ ਮਨਾਈ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਕਹੋ ਨਾਨਕ ਬਿਨ ਹਰ ਭਜਨ, ਜੀਵਨ ਕੋਨੇ ਕਾਮ। ਪ੍ਰਾਣੀ ਰਾਮ ਨਾ ਚੇਤੀ, ਮਦ ਮਾਇਆ ਕੇ ਅੰਧ। ਮਾਇਆ ਦੇ ਇਸ ਅੰਧਕਾਰ ਦੇ ਵਿੱਚ ਮਹਾਰਾਜ ਕਹਿੰਦੇ ਨੇ ਪ੍ਰਭੂ ਮਾਲਕ ਵਾਹਿਗੁਰੂ ਨਹੀਂ ਚੇਤੇ ਵਿੱਚ ਹੈਗਾ। ਕਹੋ ਨਾਨਕ ਹਰ ਭਜਨ ਬਿਨ, ਪਰਤ ਤਾਹੇ ਜਮ ਫੰਦ। ਵਿਕਾਰ ਰੂਪੀ ਜਮ ਇਹਨੇ ਰੋਜ਼ ਇਹਨੂੰ ਨੋਚਦੇ ਨੇ, ਫਾਹੀ ਪਈ ਹੋਈ ਹੈ, ਆਤਮਕ ਮੌਤ ਦੇ ਕਾਰਨ ਬਣੇ ਹੋਏ ਨੇ। ਸੋ ਗੁਰੂ ਕਿਰਪਾ ਕਰੇ। ਮੁਬਾਰਕ ਸ਼ਲੋਕਾਂ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।